जमात 12वीं ਦਾ ਹੈਗਾ ਵਾ ਹੁਣ ਈਵੀਐਸ ਦਾ ਪੇਪਰ। ਤਾਂ ਪਿਛਲੇ ਸਾਲ ਦਾ ਸਾਡੇ ਕੋਲ ਇਹ ਬੋਰਡ ਦਾ ਕੁਐਸਚਨ ਪੇਪਰ ਹੈ ਇੱਕ, ਅਸੀਂ ਪੂਰਾ ਹੀ ਸੋਲਵ ਕਰ ਲਿਆ ਵਾ। ਇਨਵਾਇਰਨਮੈਂਟ ਐਜੂਕੇਸ਼ਨ ਯਾਨੀ ਕਿ ਈਵੀਐਸ ਦਾ ਪੇਪਰ ਫੁੱਲ ਸੋਲੂਸ਼ਨ ਲੈ ਕੇ ਆ ਗਏ ਆ। ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਆ। ਕਾਫੀ ਸਾਰੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਹਾਡੇ 2023 ਦੇ ਐਗਜ਼ਾਮ ਦੇ ਵਿੱਚ, ਜਿਹੜਾ 21 ਅਪ੍ਰੈਲ ਨੂੰ ਹੋਣ ਜਾ ਰਿਹਾ ਵਾ ਤੁਹਾਡਾ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਤਾਂ ਜਨਸੰਖਿਆ ਨੂੰ ਰੋਕਣ ਲਈ ਕੋਈ ਇੱਕ ਵਿਧੀ ਲਿਖੋ। ਤਾਂ ਇਹਦਾ ਆਨਸਰ ਲਿਖ ਦਿਓ ਤੁਸੀਂ ਪਰਿਵਾਰਕ ਯੋਜਨਾਬੰਦੀ ਜਾਂ ਨਿਰੋਧ। ਅਗਰ ਇਹ ਪ੍ਰਸ਼ਨ ਆ ਜਾਂਦਾ ਨਾ ਤਾਂ ਤੁਸੀਂ ਆਨਸਰ ਇਹ ਲਿਖ ਦੇਣਾ ਵਾ। ਅਗਰ ਤੁਹਾਨੂੰ ਪ੍ਰਸ਼ਨ ਇਹ ਆਊਗਾ ਕਿ ਦੋ ਸਰਬ ਆਹਾਰੀਆਂ ਦੇ ਨਾਂ ਲਿਖੋ ਤਾਂ ਤੁਸੀਂ ਆਹ ਲਿਖ ਦਿਓ ਰਿੱਛ ਤੇ ਪੰਛੀ। ਤੇ CPCB ਦਾ ਪੂਰਾ ਨਾਂ ਲਿਖੋ ਤਾਂ ਇਹਦਾ ਲਿਖ ਦਿਓ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਯਾਨੀ ਕਿ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ, ਇਹ ਤੁਸੀਂ ਲਿਖ ਦੇਣਾ ਵਾ। ਤੇ ਅੱਗੇ ਹੈ ਆਪਣਾ ਭੌਂ ਦੀ ਸਾਂਭ ਸੰਭਾਲ ਦਾ ਕੋਈ ਇੱਕ ਢੰਗ ਲਿਖੋ ਤਾਂ ਇਹਦਾ ਲਿਖਿਓ ਫਸਲੀ ਚੱਕਰ। ਅੱਗੇ ਹੈ ਕਿਸੇ ਇੱਕ ਪੋਟਾਸ਼ੀਅਮ ਖਾਦ ਦਾ ਨਾਂ ਲਿਖੋ ਤਾਂ ਇਹਦਾ ਲਿਖ ਦਿਓ ਤੁਸੀਂ ਪੋਟਾਸ਼ੀਅਮ ਸਲਫੇਟ K2SO4, ਠੀਕ ਹੈ। ਅੱਗੇ ਹੈ ਜਨਸੰਖਿਆ ਵਾਧੇ ਦੇ ਜਿਹੜੇ ਹੈਗੇ ਆ ਦੋ ਮੁੱਖ ਕਾਰਨ ਲਿਖੋ ਤਾਂ ਮੌਤ ਦਰ ਵਿੱਚ ਤੇਜ਼ੀ ਨਾਲ ਜਿਹੜੀ ਹੈਗੀ ਆਈ ਘਾਟ ਤੇ ਉਮਰ ਵਿੱਚ ਵਾਧੇ ਕਾਰਨ, ਠੀਕ ਹੈ। ਤਾਂ ਇਹ ਤੁਹਾਡਾ ਦੋ ਕਾਰਨ ਹੋ ਜਾਣਗੇ। ਅੱਗੇ ਪ੍ਰਸ਼ਨ ਆ ਪੌਦਿਆਂ ਦੀ ਆਰਥਿਕ ਮਹੱਤਤਾ ਦੇ ਜਿਹੜੇ ਹੈਗੇ ਕੋਈ ਦੋ ਪਹਿਲੂ ਲਿਖੋ ਤਾਂ ਇਹਦਾ ਆਨਸਰ ਤੁਸੀਂ ਆਹ ਲਿਖਿਓ। ਹਾਂਜੀ ਰੁਕੋ, ਇਹਦਾ ਦੇਖੋ, ਇਹਦਾ ਤੁਸੀਂ ਆਹ ਲਿਖ ਦਿਓ ਇੱਕ ਤਾਂ ਪੌਦਿਆਂ ਤੋਂ ਸਾਨੂੰ ਜਿਹੜਾ ਹੈਗਾ ਖਾਦ ਪ੍ਰਾਪਤ ਹੁੰਦੇ ਹਨ, ਪੌਦਿਆਂ ਤੋਂ ਸਾਨੂੰ ਜਿਹੜਾ ਹੈਗਾ ਇਮਾਰਤੀ ਲੱਕੜੀ ਵੀ ਪ੍ਰਾਪਤ ਹੁੰਦੀ ਹੈ, ਠੀਕ ਹੈ। ਤਾਂ ਅਗਲਾ ਦੇਖੋ ਆਪਣਾ ਪ੍ਰਸ਼ਨ ਕੀ ਹੈ ਇੱਥੇ ਕਿ ਪਰਾਲੀ ਜਲਾਉਣ ਨਾਲ ਜਿਹੜਾ ਹੈਗਾ ਭੂਮੀ ਉੱਪਰ ਪੈਂਦੇ ਕੋਈ ਦੋ ਮਾੜੇ ਪ੍ਰਭਾਵ ਲਿਖੋ ਤਾਂ ਇਹਦਾ ਆਨਸਰ ਆਏਗਾ ਦੋਸਤੋ ਮਿੱਟੀ ਘੱਟ ਉਪਜਾਊ ਬਣ ਜਾਂਦੀ ਹੈ ਤੇ ਦੂਸਰਾ ਮਿੱਟੀ ਦੀ ਗੁਣਵੱਤਾ ਘਟਦੀ ਹੈ ਜਿਸ ਨਾਲ ਜਿਹੜਾ ਹੈਗਾ ਮਿੱਟੀ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਨੁਕਸਾਨ ਹੁੰਦਾ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈਗਾ ਵਾ ਕਿ ਟਿਕਾਊ ਵਿਕਾਸ ਦੇ ਰਸਤੇ ਵਿੱਚ ਦੋ ਮੁੱਖ ਰੁਕਾਵਟਾਂ ਕਿਹੜੀਆਂ ਹਨ ਤਾਂ ਇਹਦਾ ਆਨਸਰ ਹੈਗਾ ਵਾ ਸਿਖਲਾਈ ਲਈ ਜਾਗਰੂਕਤਾ ਦੀ ਕਮੀ ਤੇ ਦੂਸਰਾ ਸਮੁਦਾਇ ਵੱਲੋਂ ਮਦਦ ਦੀ ਘਾਟ। ਅੱਗੇ ਆਪਣਾ ਪ੍ਰਸ਼ਨ ਕੀ ਹੈ ਇੱਥੇ, ਹਾਂਜੀ ਅਗਲਾ ਹੈਗਾ ਰਸਾਇਣਿਕਾਂ ਦੀ ਵਰਤੋਂ ਦਾ ਭੂਮੀ ਉੱਤੇ ਕੀ ਪ੍ਰਭਾਵ ਪਿਆ ਤਾਂ ਇਹਦਾ ਆਨਸਰ ਇਹ ਆਉਣਾ ਵਾ ਇਹਨਾਂ ਖਾਦਾਂ ਦੀ ਜਿਹੜਾ ਹੈਗਾ ਤਿਆਰੀ ਸਮੇਂ ਪ੍ਰਦੂਸ਼ਣ ਫੈਲਦਾ ਹੈ, ਠੀਕ ਹੈ ਜੀ। ਤੇ ਦੂਸਰਾ ਦੋਸਤੋ ਖੇਤੀ ਵਿੱਚ ਜਿਹੜਾ ਹੈਗਾ ਵਾ ਪਾਣੀ ਦੇ ਰੁੜਨ ਨਾਲ ਇਹਨਾਂ ਜਾਇਆ ਹੋ ਜਾਂਦਾ ਹੈ, ਠੀਕ ਹੈ ਜੀ, ਹੋ ਜਾਂਦੀਆਂ ਹਨ। ਕੀ ਲਿਖਿਆ ਦੋਸਤੋ ਖੇਤਾਂ ਵਿੱਚ ਪਾਣੀ ਦੇ ਰੁੜਨ ਨਾਲ ਇਹ ਜਿਹੜਾ ਹੈਗਾ ਜਾਇਆ ਹੋ ਜਾਂਦੀਆਂ ਹਨ ਤਾਂ ਇਹ ਆਨਸਰ ਇਹਦਾ ਆ ਜਾਏਗਾ। ਤੇ ਅਗਲਾ 11ਵਾਂ ਪ੍ਰਸ਼ਨ ਹੈ ਕਿ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ 'ਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ਤਾਂ ਇਹ ਆਨਸਰ ਮੈਂ ਨਾ ਲੱਭ ਲਿਆ ਵਾ ਗਾਈਡ ਦੇ ਵਿੱਚੋਂ। ਆਹ ਦੇਖ ਲਓ, ਮੈਂ ਗਾਈਡ ਦੇ ਵਿੱਚੋਂ ਆਨਸਰ ਲੱਭ ਲਿਆ ਵਾ ਤੁਹਾਡਾ। ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ਤਾਂ ਇਹਦਾ ਆਨਸਰ ਤੁਸੀਂ ਲਿਖਣਾ ਵਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਕਿ ਉਹ ਕਚਰੇ ਨੂੰ ਓਨਾ ਹੀ ਨਿਸ਼ਚਿਤ ਕੀਤੇ ਸਥਾਨਾਂ 'ਤੇ ਹੀ ਸੁੱਟਣ। ਵਾਤਾਵਰਣ ਅਤੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਉਹ ਕੂੜੇਦਾਨਾਂ ਯਾਨੀ ਕਿ ਡਸਟਬਿਨਸ ਦੀ ਵਰਤੋਂ ਕਰਨ। ਦੂਸਰਾ ਪੁਆਇੰਟ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਦੁਆਰਾ ਪੈਦਾ ਹੋਣ ਵਾਲੇ ਜਿਹੜੇ ਹੈਗੇ ਦੁਸ਼ਟ ਪ੍ਰਭਾਵਾਂ ਸੰਬੰਧੀ ਸਭ ਨੂੰ ਜਾਗਰੂਕ ਕਰਨ। ਤੇ ਇੱਕ ਵਾਰੀ ਜੇਕਰ ਵਿਦਿਆਰਥੀ ਨੂੰ ਠੋਸ ਕਚਰੇ ਦੀਆਂ ਕਿਸਮਾਂ ਬਾਰੇ ਪਤਾ ਲੱਗ ਜਾਵੇ ਤਾਂ ਉਹ ਇਸੇ ਹੀ ਆਧਾਰ 'ਤੇ ਗੰਦਗੀ ਵਿੱਚ ਕਚਰੇ ਦੇ ਜਿਹੜੇ ਹੈਗੇ ਆ ਸੰਕਟਾਂ ਨੂੰ ਜਿਹੜਾ ਹੈਗਾ ਵੱਖਰਾ ਜਿਹੜਾ ਹੈਗਾ ਵਾ ਕਰ ਸਕਣਗੇ। ਕਈ ਫੋਕਟ ਪਦਾਰਥ ਜਿਵੇਂ ਕਿ ਹਰਾ ਕਚਰਾ, ਪੱਤੇ ਅਤੇ ਟਹਿਣੀਆਂ ਆਦਿ ਇਸ ਕਚਰੇ ਨੂੰ ਜਿਹੜਾ ਹੈਗਾ ਜੀਵ ਵਿਘਟਨਸ਼ੀਲ ਆਖਦੇ ਹਨ। ਕੁਝ ਅਜਿਹਾ ਕਚਰਾ ਵੀ ਹੁੰਦਾ ਹੈ ਜਿਸ ਦਾ ਪਤਨ ਸੂਖਮ ਜੀਵ ਨਹੀਂ ਕਰ ਸਕਦੇ। ਅਜਿਹੇ ਕਚਰੇ ਨੂੰ ਅਜੀਵ ਵਿਘਟਨਸ਼ੀਲ ਜਿਹੜਾ ਹੈਗਾ ਵਾ ਕਚਰਾ ਆਖਿਆ ਗਿਆ ਹੈ ਜਿਵੇਂ ਕਿ ਸ਼ੀਸ਼ਾ, ਧਾਤਾਂ ਅਤੇ ਪਲਾਸਟਿਕ ਆਦਿ। ਤਾਂ ਇਹਦਾ ਆਨਸਰ ਇਹ ਆ ਜਾਏਗਾ। ਅਗਲਾ ਇਹਦੇ ਵਿੱਚ ਪ੍ਰਸ਼ਨ ਲਿਖਿਆ ਹੋਇਆ ਹੈ ਆਪਣਾ ਦੇਖੋ, ਇਹ ਹੋ ਗਿਆ 12ਵਾਂ ਪ੍ਰਸ਼ਨ ਕੁਦਰਤ ਵਿੱਚ ਸੰਤੁਲਨ ਉੱਤੇ ਇੱਕ ਨੋਟ ਲਿਖੋ, ਠੀਕ ਹੈ। ਕੁਦਰਤ ਵਿੱਚ ਸੰਤੁਲਨ, ਤਾਂ ਦੇਖੋ ਕੁਦਰਤ ਵਿੱਚ ਸੰਤੁਲਨ ਤੋਂ ਕੀ ਭਾਵ ਹੈ, ਠੀਕ ਹੈ, ਇਹ ਕਿਵੇਂ ਬਣਾਇਆ ਜਾਂਦਾ ਹੈ ਜਾਂ ਫਿਰ ਨਾਰਮਲ ਦੇ ਵਿੱਚ ਆ ਦੇਖ ਲਓ ਆਹੀ ਪ੍ਰਸ਼ਨ ਸੀਗਾ ਤੁਹਾਡਾ ਕਿ ਕੁਦਰਤ ਵਿੱਚ ਸੰਤੁਲਨ ਉੱਤੇ ਇੱਕ ਨੋਟ ਲਿਖੋ, ਆਹੀ ਪ੍ਰਸ਼ਨ ਸੀਗਾ ਸੇਮ। ਤਾਂ ਇਹਦਾ ਉੱਤਰ ਦੇਖੋ ਕੀ ਆ ਜਾਏਗਾ ਕੁਦਰਤ ਵਿੱਚ ਸੰਤੁਲਨ ਯਾਨੀ ਕਿ ਬੈਲੈਂਸ ਇਨ ਨੇਚਰ। ਜਦੋਂ ਪ੍ਰਕਿਰਤੀ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਇੱਕ ਸਮਾਨ ਸੰਖਿਆ ਵਿੱਚ ਮੌਜੂਦ ਹੋਣ ਤਾਂ ਅਜਿਹੀ ਅਵਸਥਾ ਨੂੰ ਕੁਦਰਤ ਵਿੱਚ ਸੰਤੁਲਨ ਆਖਦੇ ਹਨ। ਪ੍ਰਿਥਵੀ ਦੇ ਜਿਹੜੇ ਹੈਗਾ ਮੌਜੂਦ ਹਰੇਕ ਪ੍ਰਣਾਲੀ ਸੰਤੁਲਨ ਦੀ ਅਵਸਥਾ ਵਿੱਚ ਹੈ ਅਤੇ ਇਸ ਸੰਤੁਲਨ ਵਿੱਚ ਆਈ ਕੋਈ ਵੀ ਤਬਦੀਲੀ ਕੁਦਰਤ ਵਿੱਚ ਅਸੰਤੁਲਨ ਜਿਹੜੀ ਹੈਗੀ ਪੈਦਾ ਕਰ ਦਿੰਦੀ ਹੈ, ਠੀਕ ਹੈ। ਕੁਦਰਤ ਵਿੱਚ ਸੰਤੁਲਨ ਨੂੰ ਕਾਇਮ ਕਰਨ ਤੋਂ ਪਹਿਲਾਂ ਕੁਦਰਤ ਦੇ ਅੰਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਬਹੁਤ ਜ਼ਰੂਰੀ ਹੈ। ਕੁਦਰਤ ਦੇ ਜੈਵਿਕ ਅਤੇ ਅਜੈਵਿਕ ਦੋ ਹੀ ਅੰਸ਼ ਹਨ। ਜੈਵਿਕ ਅੰਸ਼ ਕਿਹੜੇ ਹੁੰਦੇ ਆ ਤਾਂ ਇਹਨਾਂ ਅੰਗਾਂ ਵਿੱਚ ਸਾਰੇ ਜਿਹੜੇ ਹੈਗੇ ਆ ਸਾਰੇ ਜੀਵ ਜਿਵੇਂ ਕਿ ਸਾਰੇ ਪੌਦੇ, ਸਾਰੇ ਪ੍ਰਾਣੀ, ਪੰਛੀ, ਬੈਕਟੀਰੀਆ ਆਦਿ ਸ਼ਾਮਿਲ ਹਨ। ਜੇਕਰ ਪ੍ਰਸਥਿਤੀ ਵਿੱਚ ਮਨੁੱਖੀ ਛੇੜਛਾੜ ਨਾ ਹੋਵੇ ਤਾਂ ਕੁਦਰਤ ਵਿੱਚ ਸੰਤੁਲਨ ਬਣਿਆ ਰਹਿ ਸਕਦਾ ਹੈ। ਪਰ ਵਾਤਾਵਰਣ ਦੇ ਅੰਸ਼ਾਂ ਨਾਲ ਮਨੁੱਖੀ ਛੇੜਛਾੜ ਦਾ ਹੀ ਸਿੱਟਾ ਹੈ ਕਿ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ ਅਤੇ ਹਜੇ ਵੀ ਹੋ ਰਿਹਾ ਹੈ। ਤੇ ਦੂਸਰਾ ਹੈਗਾ ਅਜੈਵਿਕ ਅੰਸ਼ ਯਾਨੀ ਕਿ ਅਬਾਇਓਟਿਕ ਕੰਪੋਨੈਂਟਸ। ਤਾਂ ਇਸ ਵਿੱਚ ਸਾਰੀਆਂ
ਨਿਰਜੀਵ ਵਸਤਾਂ ਜਿਵੇਂ ਕਿ ਮਿੱਟੀ, ਪਾਣੀ, ਖਣਿਜ, ਹਵਾ, ਪ੍ਰਕਾਸ਼ ਅਤੇ ਸਿੱਲ ਆਦਿ ਸ਼ਾਮਿਲ ਹਨ। ਇਹਨਾਂ ਅੰਸ਼ਾਂ ਵਿੱਚ ਕਿਸੇ ਇੱਕ ਅੰਸ਼ ਵਿੱਚ ਕਿਸੇ ਵੀ ਵਜ੍ਹਾ ਕਰਕੇ ਜਿਹੜਾ ਹੈਗਾ ਵਾ ਆਇਆ ਪਰਿਵਰਤਨ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਕਰ ਦਿੰਦਾ ਹੈ। ਕੁਦਰਤ ਵਿੱਚ ਸੰਤੁਲਨ ਨੂੰ ਬਣਾਈ ਰੱਖਣ ਦੇ ਲਈ ਜੈਵਿਕ ਅਤੇ ਅਜੈਵਿਕ ਅੰਸ਼ਾਂ ਵਿਚਾਲੇ ਸੰਤੁਲਨ ਨੂੰ ਬਣਾਈ ਰੱਖਣਾ ਬੜਾ ਜ਼ਰੂਰੀ ਹੈ। ਹਰੇਕ ਪ੍ਰਸਥਿਤਿਕ ਪ੍ਰਣਾਲੀ ਦੇ ਜੀਵ ਭਾਵੇਂ ਸਵੈ ਨਿਰਭਰ ਹੀ ਹਨ, ਪਰ ਇੱਕ ਦੂਜੇ ਉੱਤੇ ਨਿਰਭਰ ਵੀ ਕਰਦੇ ਹਨ ਅਤੇ ਇਹਨਾਂ ਦੀ ਹੀ ਆਪਸੀ ਨਿਰਭਰਤਾ ਠੀਕ ਹੈ ਕੀ ਹੈ ਸੰਤੁਲਨ ਨੂੰ ਬਣੇ ਰਹਿਣ ਵਿੱਚ ਸਹਾਈ ਹੁੰਦੀ ਹੈ। ਠੀਕ ਹੈ ਜੀ। ਤਾਂ ਵਾਤਾਵਰਣ ਵਿੱਚ ਅਸੰਤੁਲਨ ਦਾ ਸਭ ਤੋਂ ਵੱਡਾ ਕਾਰਨ ਵਸੋਂ ਵਿੱਚ ਰਿਹਾ ਠੀਕ ਹੈ ਜੀ ਵਸੋਂ ਵਿੱਚ ਹੋ ਰਿਹਾ ਵਾਧਾ ਹੈ। ਠੀਕ ਹੈ। ਜੇਕਰ ਅਸੀਂ ਆਪਣੇ ਲਈ ਅਤੇ ਜਿਹੜਾ ਹੈਗਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਹੈਗਾ ਉੱਜਲ ਭਵਿੱਖ ਲੋਚਦੇ ਹਾਂ ਤਾਂ ਸਾਨੂੰ ਜਿਹੜਾ ਹੈਗਾ ਵਾਤਾਵਰਣ ਵਿੱਚ ਬੇਲੋੜੀ ਛੇੜਛਾੜ ਅਤੇ ਸ਼ੋਸ਼ਣ ਨੂੰ ਬੰਦ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਜਿਹੜੇ ਹੈਗੇ ਆ ਬੜੇ ਹੀ ਗੰਭੀਰ ਸਿੱਟੇ ਨਿਕਲ ਸਕਦੇ ਹਨ। ਤਾਂ ਇਹ ਆਨਸਰ ਇਹਦਾ ਲਿਖ ਦੇਣਾ ਵਾ। ਅਗਲਾ ਆਪਣਾ ਪ੍ਰਸ਼ਨ ਕੀ ਇਹਦੇ ਵਿੱਚ ਵਾਤਾਵਰਣ ਪ੍ਰਬੰਧ ਦੇ 4 ਤਕਨੀਕ ਜਾਂ ਫਿਰ ਜਿਹੜੇ ਹੈਗਾ ਪੱਖ ਲਿਖੋ। ਠੀਕ ਹੈ ਜੀ। ਤਾਂ ਦੇਖੋ ਆਹੀ ਪ੍ਰਸ਼ਨ ਸੀਗਾ ਤੁਹਾਡਾ, ਵਾਤਾਵਰਣ ਦੇ ਪ੍ਰਬੰਧ ਦੇ ਤਕਨੀਕੀ ਪੱਖ ਜਿਹੜਾ ਹੈਗਾ ਲਿਖੋ। ਆਹ ਦੇਖ ਲਓ ਠੀਕ ਹੈ। ਵਾਤਾਵਰਣ ਪ੍ਰਬੰਧ ਦੇ 3 ਤਕਨੀਕੀ ਪੱਖ ਕੁਐਸਚਨ ਦੇ ਵਿੱਚ 4 ਸੀਗਾ, ਆਪਾਂ 4 ਹੀ ਕਰਾਂਗੇ। ਇੱਥੇ 3 ਲਿਖਿਆ ਨਾ, ਕੋਈ ਨਹੀਂ ਇੱਥੇ 5 ਦਿੱਤੇ ਹੋਏ ਆ। ਸਭ ਤੋਂ ਪਹਿਲਾਂ ਹੈਗਾ ਕਿ ਆਟੋ ਜਿਹੜੇ ਹੈਗੇ ਆ ਇਹਨਾਂ ਦੇ ਇੰਜਨਾਂ ਦੇ ਢੁਕਵੇਂ ਡਿਜ਼ਾਈਨ ਦੀ ਜ਼ਰੂਰਤ ਹੈ। ਦੂਸਰਾ ਸਾਨੂੰ ਜਿਹੜਾ ਹੈਗਾ ਲੈਂਡ ਰਹਿਤ ਪੈਟਰੋਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਕਰਨ ਨਾਲ ਹਾਈਡਰੋਕਾਰਬਨ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਆਟੋ ਵਾਹਨਾਂ ਦੀ ਵਰਤੋਂ ਜਾਂਦੇ ਡੀਜ਼ਲ ਆਦਿ ਦੀ ਥਾਂ ਨਿਪੀੜਤ ਕੁਦਰਤੀ ਗੈਸ ਯਾਨੀ ਕਿ ਕੰਪਰੈਸਡ ਨੈਚੁਰਲ ਗੈਸ ਜਿਸ ਨੂੰ ਆਪਾਂ CNG ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਹਨਾਂ ਵਿੱਚ ਜਿਹੜਾ ਹੈਗਾ ਉਤਪ੍ਰੇਰਕ ਪ੍ਰਵਰਤਕ ਲਗਾਉਣੇ ਚਾਹੀਦੇ ਹਨ ਤਾਂ ਜੋ ਨਿਕਾਸੀ ਗੈਸਾਂ ਦੇ ਨਿਕਲਣ ਤੋਂ ਪਹਿਲਾਂ ਉਹਨਾਂ ਗੈਸਾਂ ਦਾ ਆਕਸੀਕਰਨ ਹੋ ਸਕੇ। ਤੀਸਰਾ ਪੁਆਇੰਟ ਵੱਖਰੀਆਂ ਕਰਨ ਵਾਲੇ ਜਿਹੜੇ ਹੈਗੇ ਚਕਰਾਵਾਂ ਯੰਤਰ, ਫਿਲਟਰਾਂ, ਇਲੈਕਟ੍ਰੋਸਟੈਟਿਕ ਤੇ ਆਪਣੇ ਦੋਸਤੋ ਕੀ ਹੈ ਤਲ ਛਟਰਾਂ ਜਿਹੜੀ ਹੈਗੀਆਂ ਨੇ ਦੋਸਤੋ ਅਤੇ ਮਾਝੇ ਦੀ ਵਰਤੋਂ ਕਰਕੇ ਜਿਹੜੀ ਹੈਗੇ ਕਣਵੀ ਪਦਾਰਥਾਂ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਚੌਥਾ ਉਦਯੋਗਾਂ ਤੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥਾਂ ਦਾ ਜਿਹੜਾ ਹੈਗਾ ਵਾ ਟ੍ਰੀਟਮੈਂਟ, ਨਿਕਾਸੀ ਪਦਾਰਥਾਂ ਦਾ ਨਿਰਪੁਣ ਟ੍ਰੀਟਮੈਂਟ ਕਰਨ ਵਾਲੇ ਪਲਾਂਟਾਂ ਠੀਕ ਹੈ ਜੀ ਵਿੱਚ ਕੀਤਾ ਜਾਂਦਾ ਹੈ। ਇਸ ਵਿਧੀ ਵਿਚਲੇ ਨਿਰਪੁਣ ਨੂੰ ਜਿਹੜਾ ਹੈਗਾ ਪ੍ਰਾਇਮਰੀ ਇਲਾਜ ਆਖਦੇ ਹਨ। ਪੰਜਵਾਂ ਸਲਫਰ ਡਾਈਆਕਸਾਈਡ, ਹਾਈਡਰੋਜਨ ਕਲੋਰਾਈਡ ਠੀਕ ਹੈ ਜੀ, ਹਾਈਡਰੋਜਨ ਸਲਫਾਈਡ ਤੇ ਆਪਣਾ ਕਲੋਰੀਨ ਅਤੇ ਜਿਹੜਾ ਹੈਗਾ ਅਮੋਨੀਆ ਵਰਗੇ ਗੈਸੀ ਪ੍ਰਦੂਸ਼ਕਾਂ ਨੂੰ ਉਚਿਤ ਜਿਹੜੇ ਹੈਗੇ ਗਿਲੇ ਮਾਝਿਆਂ ਦੁਆਰਾ ਜਿਹੜਾ ਹੈਗਾ ਸੋਖ ਕੇ ਦੂਰ ਕੀਤਾ ਜਾ ਸਕਦਾ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਤੇ ਅਗਲਾ ਪ੍ਰਸ਼ਨ ਇਹਦੇ ਵਿੱਚ ਹੈਗਾ ਵਾ ਆਪਣਾ ਹਾਂਜੀ ਇਹ ਹੋ ਗਿਆ ਤਕਨੀਕੀ ਪੱਖ ਕਰ ਲਏ। ਹੁਣ ਹੈਗਾ ਟਿਕਾਊ ਵਿਕਾਸ ਲਈ ਜਿਹੜਾ ਹੈਗਾ ਸਮਾਜਿਕ ਪਹੁੰਚਾਂ ਦਾ ਜਿਹੜਾ ਹੈਗਾ ਵਰਣਨ ਕਰੋ। ਤਾਂ ਦੋਸਤੋ ਇਹਦਾ ਆਨਸਰ ਮੈਨੂੰ ਪ੍ਰੋਪਰ ਤਾਂ ਨਹੀਂ ਲੱਭ ਪਿਆ, ਬਟ ਇਹ ਥੋੜ੍ਹਾ ਜਿਹਾ ਮਿਲਦਾ ਜੁਲਦਾ ਵਾ। ਜਿਵੇਂ ਕਿ ਆ ਦੇਖੋ ਟਿਕਾਊ ਵਿਕਾਸ ਲਈ ਭਾਰਤ ਅੱਜ ਕੱਲ੍ਹ ਕਿਹੜੀ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਮੈਨੂੰ ਇਹ ਆਨਸਰ ਲੱਭਿਆ ਸਮਾਜਿਕ। ਇੱਥੇ ਦੋਸਤੋ ਕੀ ਲਿਖਿਆ ਹੋਇਆ ਵਾ ਇੱਥੇ ਆਪਣਾ ਸੁਣੋ, ਦੇਖੋ ਇੱਥੇ ਆਨਸਰ ਆਪਣਾ ਇੱਥੇ ਲਿਖਿਆ ਹੋਇਆ ਵਾ ਕਿ ਟਿਕਾਊ ਵਿਕਾਸ ਲਈ ਸਮਾਜਿਕ ਪਹੁੰਚਾਂ ਠੀਕ ਹੈ ਜੀ। ਤੇ ਇੱਥੇ ਜਿਹੜਾ ਸਾਨੂੰ ਲੱਭਿਆ ਵਾ ਉਹ ਹੈਗਾ ਵਾ ਚੁਣੌਤੀਆਂ ਠੀਕ ਹੈ ਜੀ। ਤਾਂ ਦੋਸਤੋ ਤੁਸੀਂ ਇਸ ਨੂੰ ਦੇਖ ਲਓ, ਅਗਰ ਤੁਹਾਨੂੰ ਲੱਗਦਾ ਕਿ ਦੂਸਰਾ ਕੋਈ ਆਨਸਰ ਆਵੇਗਾ ਇਹਦਾ ਤਾਂ ਤੁਸੀਂ ਆਪਣੀ ਗਾਈਡ ਦੇ ਵਿੱਚ ਕਰ ਲਿਓ। ਬਾਕੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਅਗਰ ਤੁਹਾਨੂੰ ਇਹ ਪ੍ਰਸ਼ਨ ਆ ਜਾਵੇ ਤਾਂ ਤੁਸੀਂ ਇਹ ਵਾਲਾ ਵੀ ਲਿਖ ਸਕਦੇ ਹੋ, ਮਿਲਦਾ ਜੁਲਦਾ ਹੈਗਾ ਵਾ। ਜਿਵੇਂ ਕਿ ਦੇਖੋ ਭਾਰਤ ਦੇ ਲਈ ਕਾਇਮ ਰਹਿਣ ਯੋਗ ਵਿਕਾਸ ਇੱਕ ਜਿਹੜਾ ਹੈਗਾ ਵਿਕਲਪ ਆਪਸ਼ਨ ਹੀ ਨਹੀਂ ਬਲਕਿ ਇੱਕ ਜ਼ਰੂਰਤ ਹੈ ਠੀਕ ਹੈ। ਵੱਧਦੀ ਹੋਈ ਜਨਸੰਖਿਆ ਦੇ ਭਾਰ ਅਤੇ ਗਰੀਬੀ ਦੇ ਕਾਰਨ ਇਸ ਇੱਕ ਪਾਸੇ ਤਾਂ ਭਾਰਤ ਨੂੰ ਵਾਤਾਵਰਣ ਦੇ ਪਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਸਰੇ ਪਾਸੇ ਪ੍ਰਦੂਸ਼ਣ ਅਤੇ ਜਿਹੜਾ ਹੈਗਾ ਖਪਤ ਦੇ ਤਰੀਕਿਆਂ ਨਾਲੋਂ ਵੀ ਨਜਿੱਠਣਾ ਪੈ ਰਿਹਾ ਹੈ ਠੀਕ ਹੈ। ਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਕਿ ਸਾਨੂੰ ਪਤਾ ਹੈ ਕਿ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਵਜ੍ਹਾ ਕਰਕੇ ਵਾਤਾਵਰਣ ਦਾ ਨਰੋਆਪਣ ਮਾਨਵ ਜਾਤੀ ਦੇ ਨਰੋਏਪਣ ਲਈ ਜ਼ਰੂਰੀ ਹੈ। ਇਹ ਨਰੋਆਪਣ ਵਾਤਾਵਰਣ ਦੇ ਇਸ ਸਮੇਂ ਦੇ ਹੋ ਰਹੇ ਪਤਨ ਨੂੰ ਰੋਕਣ ਦੇ ਲਈ ਆਰਥਿਕ ਪੱਖ ਤੋਂ ਵੀ ਜ਼ਰੂਰੀ ਹੈ। ਭਾਰਤ ਨੂੰ ਜਿੰਨਾ ਦਬਾਅ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹਨ ਆਬਾਦੀ, ਗਰੀਬੀ ਅਤੇ ਅਨਪੜ੍ਹਤਾ ਠੀਕ ਹੈ। ਤੇ ਆਬਾਦੀ, ਜਨਸੰਖਿਆ, ਪੋਪੂਲੇਸ਼ਨ ਤਾਂ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਪੁਆਇੰਟ ਕੀ ਆ, ਅਸੀਂ ਜਾਣਦੇ ਹਾਂ ਕਿ ਸੰਨ 2040 ਤੱਕ ਆਬਾਦੀ ਦੇ ਪੱਖ ਤੋਂ ਜਿਹੜਾ ਹੈਗਾ ਭਾਰਤ ਚੀਨ ਨੂੰ ਪਿੱਛੇ ਛੱਡ ਜਾਵੇਗਾ। ਭਾਰਤ ਦੀ ਜਿਹੜੀ ਹੈਗੀ ਵਸੋਂ 1.5 ਬਿਲੀਅਨ ਹੋ ਜਾਵੇਗੀ। ਭਾਰਤ ਦੀ ਆਬਾਦੀ ਜਿਹੜੀ ਸੰਨ 1951 ਵਿੱਚ 361 ਮਿਲੀਅਨ ਸੀ, ਹੁਣ ਵੱਧ ਕੇ 1 ਬਿਲੀਅਨ ਤੱਕ ਪਹੁੰਚ ਗਈ ਹੈ। ਦੁਨੀਆ ਦਾ ਜਿਹੜਾ ਹੈਗਾ ਵਾ 6ਵਾਂ ਆਦਮੀ ਭਾਰਤੀ ਹੈ ਠੀਕ ਹੈ ਜੀ। ਤੇ ਉਸ ਤੋਂ ਬਾਅਦ ਕੀ ਲਿਖਿਆ ਵਾ ਕਿ ਭਾਰਤ ਦਾ ਜਿਹੜਾ ਹੈਗਾ ਵਾ ਭੂਮੀ ਪੁੰਜ ਵਿਸ਼ਵ ਦੇ ਭੂਮੀ ਪੁੰਜ ਦਾ ਕੇਵਲ 2.4% ਹੀ ਹੈ। ਇਸ ਲਈ ਭਾਰਤ ਵਿੱਚ ਆਬਾਦੀ ਦੀ ਜਿਹੜੀ ਹੈਗੀ ਸੰਘਣਤਾ 324 ਜੀ ਪ੍ਰਤੀ ਵਰਗ ਕਿਲੋਮੀਟਰ ਹੈ। 2001 ਦੀ ਜਨਗਣਨਾ ਦੇ ਆਧਾਰ 'ਤੇ
ਇਸੇ ਹੀ ਵਜ੍ਹਾ ਕਰਕੇ ਵਾਤਾਵਰਣ 'ਤੇ ਭਾਰੀ ਦਬਾਅ ਪੈ ਰਿਹਾ ਹੈ। ਠੀਕ ਹੈ, ਬਾਕੀ ਦੋਸਤੋ ਇਹਦਾ ਪੁਆਇੰਟ ਤੁਸੀਂ ਆ ਵੀ ਲਿਖ ਸਕਦੇ ਹੋ, ਇੱਕ ਸਾਖਰਤਾ ਦਾ, ਇੱਕ ਗਰੀਬੀ ਦਾ। ਠੀਕ ਹੈ, ਤੁਸੀਂ ਰੀਡ ਕਰ ਲਓ ਇਹਦੇ ਵਿੱਚ ਕੀ ਆ ਕਿ ਸਾਖਰਤਾ ਮਤਲਬ ਸਾਨੂੰ ਇਸ ਬਾਰੇ ਚੰਗਾ ਗਿਆਨ ਹੈ ਕਿ ਵਿਕਾਸ ਦੇ ਪੱਖ ਅਤੇ ਵਾਤਾਵਰਣ ਦੇ ਪੱਖ ਤੋਂ ਸਾਖਰਤਾ ਬੜਾ ਹੀ ਮਹੱਤਵ ਹੈ। ਜਿਵੇਂ ਕਿ ਔਰਤਾਂ ਦੀ ਸਾਖਰਤਾ ਦੇ ਕਾਰਨ ਜਿਹੜਾ ਹੈਗਾ ਵਾ ਫਰਟੀਲਿਟੀ ਦੀ ਦਰ ਜਿਹੜੀ ਘਟ ਜਾਂਦੀ ਹੈ। ਠੀਕ ਹੈ ਜੀ, ਜਿਸ ਕਾਰਨ ਆਬਾਦੀ ਵਿੱਚ ਹੋਣ ਵਾਲੇ ਵਾਧੇ ਦੀ ਦਰ ਵਿੱਚ ਕਮੀ ਆ ਜਾਂਦੀ ਹੈ। ਠੀਕ ਹੈ, ਤਾਂ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਪੂਰਾ। ਇਹਦੇ ਵਿੱਚ ਕੀ ਲਿਖਿਆ ਵਾ, ਇੱਕ ਜਿਹੜਾ ਹੈਗਾ ਪੋਵਰਟੀ, ਠੀਕ ਹੈ ਜੀ, ਯਾਨੀ ਕਿ ਗਰੀਬੀ। ਭਾਰਤ ਲਈ ਦੋਸਤੋ ਪੇਸ਼ ਆ ਰਹੀਆਂ ਚੁਣੌਤੀਆਂ ਵਿੱਚ ਗਰੀਬੀ ਇੱਕ ਵੱਡੀ ਚੁਣੌਤੀ ਹੈ। ਗਰੀਬ ਲੋਕਾਂ ਵੱਲੋਂ ਜਿਹੜਾ ਹੈਗਾ ਵਾ ਫੈਲਾਇਆ ਜਾਣ ਵਾਲਾ ਪ੍ਰਦੂਸ਼ਣ ਅਮੀਰ ਲੋਕਾਂ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਨਾਲੋਂ ਅਲੱਗ ਕਿਸਮ ਦਾ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਤੁਸੀਂ ਇਸ ਨੂੰ ਵੀ ਰੀਡ ਕਰ ਲਓ। ਬਾਕੀ ਆ ਦੇਖੋ, ਆਪਣੀਆਂ ਲੋੜਾਂ ਦੇ ਵਾਸਤੇ ਗਰੀਬ ਲੋਕਾਂ ਦੀ ਜ਼ਿਆਦਾਤਰ ਨਿਰਭਰ ਵਾਤਾਵਰਣ ਉੱਤੇ ਹੀ ਹੈ। ਠੀਕ ਹੈ, ਵਾਤਾਵਰਣ ਦਾ ਪਤਨ ਹੋ ਜਾਣ ਨਾਲ ਇਹਨਾਂ ਲੋਕਾਂ ਦੇ ਜੀਵਨ ਜਿਹੜਾ ਹੈਗਾ ਨਵਾਂ ਨਿਰਬਾਹ ਉੱਤੇ ਮਾੜਾ ਜਿਹੜਾ ਹੈਗਾ ਅਸਰ ਪੈਂਦਾ ਹੈ। ਇਸੇ ਦੇ ਕਾਰਨ ਇਹ ਲੋਕ ਵਾਤਾਵਰਣ ਦੇ ਪਤਨ ਦੇ ਸ਼ਿਕਾਰ ਜਿਹੜੇ ਹੈਗੇ ਆ ਅਤੇ ਏਜੰਟ ਹਾਂਜੀ ਦੋਵੇਂ ਹੀ ਬਣ ਜਾਂਦੇ ਹਨ, ਕਿਉਂਕਿ ਇਹਨਾਂ ਨੂੰ ਜਿਉਂਦੇ ਰਹਿਣ ਦੇ ਲਈ ਵਾਤਾਵਰਣ ਜਿਸ ਦਾ ਇਹ ਸ਼ੋਸ਼ਣ ਕਰਦੇ ਹਨ ਉਹਨਾਂ ਦੀ ਲੋੜ ਹੁੰਦੀ ਹੈ। ਪਰ ਜਦੋਂ ਵਾਤਾਵਰਣ ਦਾ ਪਤਨ ਹੋ ਜਾਂਦਾ ਹੈ ਤਾਂ ਇਹਨਾਂ ਲੋਕਾਂ ਨੂੰ ਆਪਣੇ ਕਿੱਤੇ ਫਲ ਦਾ ਜਿਹੜਾ ਹੈਗਾ ਵਾ ਭੁਗਤਣਾ ਪੈਂਦਾ ਹੈ। ਇਸ ਲਈ ਜਿਹੜਾ ਹੈਗਾ ਵਾ ਸਮਾਜਿਕ ਚੁਣੌਤੀਆਂ ਦੀ ਪੂਰਤੀ ਤੋਂ ਬਗੈਰ ਕਾਇਮ ਰਹਿਣ ਯੋਗ ਵਿਕਾਸ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ। ਠੀਕ ਹੈ, ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਅਗਲਾ ਆਪਣਾ ਪ੍ਰਸ਼ਨ ਕੀ ਹੈ ਕਿ ਫਸਲ ਚੱਕਰ ਦੇ 4 ਲਾਭ ਦੱਸੋ। ਠੀਕ ਹੈ ਜੀ, ਤਾਂ ਦੇਖੋ ਆਹੀ ਪ੍ਰਸ਼ਨ ਆਪਣਾ ਫਸਲੀ ਚੱਕਰ ਦੇ ਜਿਹੜਾ ਹੈਗਾ ਕੀ ਲਾਭ ਨੇ। ਤਾਂ ਦੇਖੋ ਫਸਲ ਚੱਕਰ ਦੇ ਲਾਭ, ਜਾਂ ਫਿਰ ਤੁਹਾਨੂੰ ਇਹਦੇ ਜਗ੍ਹਾ 'ਤੇ ਨਾ ਫਸਲ ਚੱਕਰ ਦੇ ਆ ਵੀ ਪੁੱਛ ਲੈ, ਉਹੀ ਇਹ ਵੀ ਪੁੱਛ ਸਕਦੇ ਆ ਕਿ ਫਸਲੀ ਹੇਰ ਫੇਰ ਦੇ ਲਾਭ ਦੱਸੋ ਜਾਂ ਫਿਰ ਫਸਲ ਚੱਕਰ ਦੇ ਲਾਭ ਦੱਸੋ। ਗੱਲ ਇੱਕ ਹੀ ਆ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਵਾ। ਤਾਂ ਦੇਖੋ ਸਭ ਤੋਂ ਪਹਿਲਾਂ ਹੈ ਕਿ ਜੇਕਰ ਇੱਕ ਹੀ ਖੇਤ ਵਿੱਚ ਫਸਲਾਂ ਦੀ ਕਾਸ਼ਤ ਬਦਲ ਕੇ ਕੀਤੀ ਜਾਵੇ ਤਾਂ ਇੱਕੋ ਹੀ ਫਸਲ ਦੇ ਹਰ ਸਾਲ ਬੀਜਣ ਕਾਰਨ ਹੋਈ ਪੈਦਾਵਾਰ ਦੇ ਮੁਕਾਬਲੇ ਬਦਲ ਕੇ ਬੀਜੀ ਗਈ ਫਸਲ ਦੇ ਵਧੇਰੇ ਝਾੜ ਪ੍ਰਾਪਤ ਹੁੰਦਾ ਹੈ। ਦੂਸਰਾ, ਹਰੇਕ ਫਸਲ ਨੂੰ ਪੌਸ਼ਟਿਕ ਪਦਾਰਥਾਂ ਇੱਕੋ ਜਿਹੀ ਲੋੜ ਨਹੀਂ ਹੁੰਦੀ। ਫਸਲਾਂ ਨੂੰ ਬਦਲ ਕੇ ਬੀਜਣ ਨਾਲ ਭੂ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਭੂ ਕਿਸੇ ਨਿਸ਼ਚਿਤ ਪੌਸ਼ਟਿਕ ਪਦਾਰਥ ਤੋਂ ਖਾਲੀ ਨਹੀਂ ਹੁੰਦੀ। ਤੀਸਰਾ, ਫਸਲੀ ਚੱਕਰ ਦੇ ਕਾਰਨ ਰੋਗ ਅਤੇ ਹਾਨੀਕਾਰਕ ਕੀਟ ਆਦਿ ਘਟ ਜਾਂਦੇ ਹਨ। ਚੌਥਾ, ਜਦੋਂ ਬਦਲ ਕੇ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਫਸਲ ਦੀ ਜਿਹੜੀ ਹੈਗੀ ਬਿਜਾਈ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਸਾਲ ਵਿੱਚ ਜਿਹੜੀ ਖਿਲਰ ਜਾਂਦੀਆਂ ਹਨ। ਇਸ ਤਰ੍ਹਾਂ ਕਿਸੇ ਖਾਸ ਵਕਤ 'ਤੇ ਕੰਮ ਕਰਨ ਦਾ ਭਾਰ ਘਟ ਜਾਂਦਾ ਹੈ। ਪੰਜਵਾਂ, ਫਸਲ ਚੱਕਰ ਦੇ ਕਾਰਨ ਡੰਗਰਾਂ ਲਈ ਮੋਟਾ ਆਹਾਰ ਅਤੇ ਚਾਰਾ ਆਸਾਨੀ ਨਾਲ ਉਪਲਬਧ ਹੁੰਦਾ ਰਹਿੰਦਾ ਹੈ। ਤਾਂ ਇਹ ਆਨਸਰ ਹੋ ਜਾਏਗਾ। ਅਗਲਾ ਹੁਣ ਦੋਸਤੋ ਤੁਹਾਡਾ ਪ੍ਰਸ਼ਨ ਆ, ਲੌਂਗ ਪ੍ਰਸ਼ਨ ਨੇ ਹੁਣ 5 ਨੰਬਰ ਵਾਲੇ ਕਿ ਪੰਜਾਬ ਵਿਚਲੀ ਜੰਤੂ ਵਿਭਿੰਨਤਾ ਬਾਰੇ ਤੁਸੀਂ ਕੀ ਜਾਣਦੇ ਹੋ। ਠੀਕ ਹੈ ਜੀ, ਤਾਂ ਦੇਖਦੇ ਆਨਸਰ ਇਸ ਦਾ। ਹਾਂਜੀ, ਪੰਜਾਬ ਵਿਚਲੀ, ਹਾਂਜੀ ਆਹ ਦੇਖਦੇ ਆਨਸਰ ਇਹਦਾ ਵੀ ਲੱਭਿਆ ਹੋਇਆ ਸੀ। ਆਹ ਦੇਖੋ ਆਹੀ ਪ੍ਰਸ਼ਨ ਸੀਗਾ, ਪੰਜਾਬ ਵਿਚਲੀ ਜੰਤੂ ਵਿਭਿੰਨਤਾ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਦੇਖੋ ਪੰਜਾਬ ਨੂੰ ਜਿਹੜਾ ਹੈਗਾ ਵਾ 5 ਪਾਣੀਆਂ ਦੀ ਧਰਤੀ ਵੀ ਆਖਦੇ ਹਨ। ਜੰਤੂ ਵਿਭਿੰਨਤਾ ਜਾਂ ਜੀਵ ਅਨੇਕ ਰੂਪਤਾ ਦੇ ਪੱਖ ਤੋਂ ਪੰਜਾਬ ਬੜਾ ਅਮੀਰ ਹੈ। ਜੰਤੂਆਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਮੁਫੀਦ ਅਤੇ ਆਰਥਿਕ ਪੱਖ ਤੋਂ ਕਈ ਵਸਤਾਂ ਪ੍ਰਾਪਤ ਹੁੰਦੀਆਂ ਹਨ। ਸਭ ਤੋਂ ਪਹਿਲਾਂ ਜਿਵੇਂ ਕਿ ਦੇਖ ਸਕਦੇ ਹੋ, ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਕਈ ਕਿਸਮ ਦੀਆਂ ਮੱਛੀਆਂ ਮੌਜੂਦ ਹਨ। ਇਹਨਾਂ ਤੋਂ ਸਾਨੂੰ ਜਿਹੜਾ ਹੈਗਾ ਪ੍ਰੋਟੀਨ ਯੁਕਤ ਭੋਜਨ ਪ੍ਰਾਪਤ ਹੁੰਦਾ ਹੈ। ਦੂਸਰਾ, ਮੁਰਗੀ ਪਾਲਣ ਉਦਯੋਗ ਵਿੱਚ ਵੀ ਜਿਹੜਾ ਹੈਗਾ ਪੰਜਾਬ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ ਹੈ। ਇਸ ਤੋਂ ਜਿਹੜਾ ਹੈਗਾ ਅੰਡੇ ਅਤੇ ਮਾਂਸ ਪ੍ਰਾਪਤ ਹੁੰਦੇ ਹਨ। ਤੀਸਰਾ, ਬੱਕਰੀਆਂ ਤੇ ਭੇਡਾਂ ਬਠਿੰਡਾ, ਸੁਨਾਮ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਪਾਲੀਆਂ ਜਾਂਦੀਆਂ ਹਨ। ਇਹਨਾਂ ਤੋਂ ਉੱਨ ਅਤੇ ਖੱਲਾਂ ਅਤੇ ਮਾਂਸ ਪ੍ਰਾਪਤ ਕੀਤਾ ਜਾਂਦਾ ਹੈ। ਚੌਥਾ, ਮਾਂਸ ਪ੍ਰਾਪਤ ਕਰਨ ਦੇ ਲਈ ਸੂਰ ਪਾਲੇ ਜਾਂਦੇ ਹਨ। ਪੰਜਵਾਂ, ਖੋਤੇ, ਝੋਟੇ, ਬੈਲ, ਘੋੜੇ ਅਤੇ ਖੱਚਰਾਂ ਢੁਆਈ ਲਈ ਵਰਤੇ ਜਾਂਦੇ ਹਨ। ਊਠ ਤੋਂ ਢੁਆਈ ਦਾ ਕੰਮ ਬਠਿੰਡਾ, ਮਾਨਸਾ ਅਤੇ ਫਰੀਦਕੋਟ ਅਤੇ ਜਿਹੜਾ ਹੈਗਾ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਵਿੱਚ ਲਿਆ ਜਾਂਦਾ ਹੈ। ਉਪਰੋਕਤ ਤੋਂ ਸਪਸ਼ਟ ਹੈ ਕਿ ਜੰਤੂ ਵਿਭਿੰਨਤਾ ਪੱਖੋਂ ਪੰਜਾਬ ਖੁਸ਼ਹਾਲ ਹੈ। ਤਾਂ ਇਹ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਹੈ ਕਿ ਨੈਸ਼ਨਲ ਇਨਵਾਇਰਨਮੈਂਟ ਪੋਲਿਸੀ 2006 ਉੱਤੇ ਇੱਕ ਨੋਟ ਲਿਖੋ। ਠੀਕ ਹੈ ਜੀ, ਨੈਸ਼ਨਲ ਇਨਵਾਇਰਨਮੈਂਟ ਪੋਲਿਸੀ ਆ ਦੇਖ ਲਓ, ਨੈਸ਼ਨਲ ਇਨਵਾਇਰਨਮੈਂਟ ਪੋਲਿਸੀ 2006 ਬਾਰੇ ਆ। ਨੈਸ਼ਨਲ ਇਨਵਾਇਰਨਮੈਂਟ ਪੋਲਿਸੀ 2006 ਯਾਨੀ ਕਿ ਨੈਪ 2006 ਇੱਕ ਸਵੱਛ ਵਾਤਾਵਰਣ ਪ੍ਰਦਾਨ ਕਰਨ ਲਈ ਸਾਡੀ ਰਾਸ਼ਟਰੀ ਪ੍ਰਤੀਬੱਧਤਾ ਦਾ ਜਿਹੜਾ ਹੈਗਾ ਪ੍ਰਤੀਰੂਪ ਹੈ। ਠੀਕ ਹੈ ਜੀ, ਇਹ ਮੰਨਦੀ ਹੈ ਕਿ ਸਿਹਤਮੰਦ ਵਾਤਾਵਰਣ ਨੂੰ ਬਣਾਈ ਰੱਖਣਾ ਕੇਵਲ ਰਾਜ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰੇਕ ਨਾਗਰਿਕ ਦੀ ਵੀ ਹੈ। ਇਸ ਪਾਲਿਸੀ ਦੇ ਮੁੱਖ ਉਦੇਸ਼ ਜਿਹੜੇ ਹੈਗੇ ਵਰਣਨ ਹੇਠ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਵਾਤਾਵਰਣ ਸਾਧਨਾਂ ਦਾ ਜਿਹੜਾ ਹੈਗਾ ਸੁਰੱਖਿਆ ਕਰਨਾ। ਠੀਕ ਹੈ ਜੀ, ਦੂਸਰਾ, ਸਮਾਜ ਦੇ ਹਰੇਕ ਵਰਗ ਵਿਸ਼ੇਸ਼ ਕਰਕੇ ਗਰੀਬਾਂ ਦੀਆਂ ਜਿਹੜਾ ਹੈਗਾ ਵਾ ਵਾਤਾਵਰਣ ਸਾਧਨਾਂ ਤੱਕ ਪਹੁੰਚ ਨੂੰ ਯਕੀਨੀ ਅਤੇ ਬਰਾਬਰੀ ਵਾਲਾ ਬਣਾਉਣਾ। ਤੀਸਰਾ, ਉਪਲਬਧ ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ ਹੈ ਤਾਂ ਜੋ ਜਿਹੜੇ ਹੈਗੇ ਮੌਜੂਦ ਅਤੇ ਆਉਣ ਵਾਲੀ ਪੀੜ੍ਹੀਆਂ ਦੀਆਂ ਲੋੜਾਂ ਅਤੇ ਇੱਛਾਵਾਂ ਪੂਰਾ ਕੀਤਾ ਜਾ ਸਕੇ। ਚੌਥਾ, ਆਰਥਿਕ ਅਤੇ ਸਮਾਜ ਦੇ ਵਿਕਾਸ ਲਈ ਵਾਤਾਵਰਣ ਚਿੰਤਾਵਾਂ ਦਾ ਪਾਲਿਸੀਆਂ, ਯੋਜਨਾਵਾਂ, ਕਾਰਜਕ੍ਰਮਾਂ ਅਤੇ ਪ੍ਰੋਜੈਕਟਾਂ ਨਾਲ ਏਕੀਕਰਨ ਕਰਨਾ। ਪੰਜਵਾਂ, ਆਰਥਿਕ ਉਤਪਾਦਨ ਲਈ ਵਰਤੇ ਜਾਂਦੇ ਵਾਤਾਵਰਣੀ ਸਾਧਨਾਂ ਨੂੰ ਘੱਟ ਕਰਨਾ ਅਤੇ ਇਹ ਸਾਧਨਾਂ ਦੀ ਨਿਪੁੰਨ ਵਰਤੋਂ ਨੂੰ ਯਕੀਨੀ ਬਣਾਉਣਾ ਇਸ ਪਾਲਿਸੀ ਦਾ ਮੰਤਵ ਹੈ। ਅਗਲਾ ਹੈ ਵਾਤਾਵਰਣ ਸਾਧਨਾਂ ਦੇ ਪ੍ਰਬੰਧ ਅਤੇ ਖਰਚੇ ਤੇ ਨਿਯੰਤਰਣ ਕਰਨ ਲਈ ਜਿਹੜਾ ਹੈਗਾ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣਾ। ਵਾਤਾਵਰਣ ਦੇ ਪ੍ਰਬੰਧ ਲਈ ਸਾਧਨਾਂ ਵਿੱਚ ਵਾਧਾ ਕਰਨਾ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਹੁਣ ਦੇਖੋ ਕੀ ਇੱਥੇ ਆਪਣਾ
हाँ जी, अगला है अपना 17वां प्रश्न। देखो, भारत ਵਿੱਚ ਭੋਜਨ ਸਮੱਸਿਆਵਾਂ ਦੇ ਕਾਰਨਾਂ ਨੂੰ ਸੰਖੇਪ ਵਿੱਚ ਲਿਖੋ। ਤਾਂ ਦੇਖੋ ਆਨਸਰ ਆਹੀ ਪ੍ਰਸ਼ਨ ਆ ਤੁਹਾਡਾ, ਭਾਰਤ ਵਿੱਚ ਭੋਜਨ ਸਮੱਸਿਆ ਦੇ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ। ਤਾਂ ਦੇਖੋ ਉੱਤਰ ਕੀ ਹੈ, ਭਾਰਤ ਵਿੱਚ ਭੋਜਨ ਸਮੱਸਿਆ ਦੇ ਕਾਰਨ। ਤਾਂ ਦੇਖਦੇ ਹਾਂ ਆਨਸਰ। ਸਭ ਤੋਂ ਪਹਿਲਾਂ ਇਹਦਾ ਪੁਆਇੰਟ ਹੈ ਵੱਧਦੀ ਆਬਾਦੀ। ਠੀਕ ਹੈ ਜੀ, ਭਾਰਤ ਦੀ ਵਸੋਂ ਵਿੱਚ ਜਿਹੜਾ ਹੈਗਾ ਹੋ ਰਹੇ ਹਰ ਸਾਲ ਵਾਧਾ ਭੋਜਨ ਸੰਕਟ ਦਾ ਮੁੱਖ ਕਾਰਨ ਹੈ। ਜਨਸੰਖਿਆ ਵਿੱਚ ਹੋਣ ਵਾਲੇ ਵਾਧੇ ਦੀ ਦਰ ਤਕਰੀਬਨ 2% ਪ੍ਰਤੀ ਵਰਸ਼ ਹੈ। ਠੀਕ ਹੈ ਜੀ, ਮਾਲਥਸ ਆਰਥਿਕ ਸਿਧਾਂਤ ਦੇ ਅਨੁਸਾਰ ਵਸੋਂ ਵਿੱਚ ਵਾਧਾ ਰੇਖਾ ਗਣਿਤ ਦੇ ਅਨੁਪਾਤ ਵਿੱਚ ਜਿਹੜਾ ਹੈਗਾ ਵਾ ਹੈ। ਠੀਕ ਹੈ, ਜਦ ਕਿ ਸਾਧਨਾ ਵਿੱਚ ਇਸ ਵਾਧੇ ਦੀ ਦਰ ਗਣਿਤ ਅਨੁਪਾਤ ਅਨੁਸਾਰ ਭਾਵ ਰੇਖਾ ਗਣਿਤ ਦੇ ਅਨੁਸਾਰ ਇਹ ਵਾਧਾ ਜਿਹੜਾ ਹੈਗਾ ਵਾ 2 4 8 16 32 ਡੈਸ਼ ਆਦਿ ਨਾਲ ਦਰ ਨਾਲ ਜਿਹੜਾ ਹੈਗਾ ਵਾ ਹਾਂਜੀ ਆਦਿ ਦੀ ਦਰ ਨਾਲ ਅਤੇ ਗਣਿਤ ਅਨੁਪਾਤ ਅਨੁਸਾਰ ਇਸ ਵਾਧੇ ਦੀ ਦਰ 2 4 6 8 10 12 14 ਡੈਸ਼ ਹੈ। ਸਾਨੂੰ ਭੋਜਨ ਤੇ ਸੰਕਟ ਤੇ ਕਾਬੂ ਪਾਉਣ ਦੇ ਲਈ ਵੱਧਦੀ ਹੋਈ ਜਨਸੰਖਿਆ ਤੇ ਕੰਟਰੋਲ ਕਰਨਾ ਹੋਵੇਗਾ। ਠੀਕ ਹੈ, ਦੂਸਰਾ ਪੁਆਇੰਟ ਹੈ ਆਪਣਾ ਭੰਡਾਰਨ ਦੀ ਸਮੱਸਿਆ। ਤਾਂ ਜਿਹੜਾ ਭੋਜਨ ਪਦਾਰਥ ਦੇਸ਼ ਵਿੱਚ ਕਿਸਾਨ ਪੈਦਾ ਕਰਦੇ ਹਨ ਉਸੇ ਭੰਡਾਰਨ ਦੇ ਵਿੱਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹੋਣ ਦੇ ਕਾਰਨ ਹਰ ਸਾਲ ਲੱਖਾਂ ਟਨ ਭੋਜਨ ਭੰਡਾਰਨ ਦੇ ਖਰਾਬ ਤਰੀਕਿਆਂ ਕਾਰਨ ਨਸ਼ਟ ਹੋ ਰਿਹਾ ਹੈ ਅਤੇ ਇਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਤੀਸਰਾ ਪੁਆਇੰਟ ਹਾਨੀਕਾਰਕ ਜੀਵ ਅਤੇ ਪੈਸਟਿਸਾਈਡਸ। ਠੀਕ ਹੈ ਜੀ, ਤਾਂ ਦੇਖੋ ਕੀ ਹੈ, ਭੰਡਾਰਨ ਦੌਰਾਨ ਜਮ੍ਹਾਂ ਕੀਤੇ ਗਏ ਹੋਏ ਖਾਦ ਪਦਾਰਥਾਂ ਕੀਟਾਂ ਬਿਮਾਰੀਆਂ ਉੱਲੀਆਂ ਪੰਛੀਆਂ ਅਤੇ ਚੂਹਾਂ ਦੀ ਭੇਟ ਜਿਹੜਾ ਹੈਗਾ ਚੜ੍ਹ ਜਾਂਦੇ ਹਨ, ਜਿਸ ਕਾਰਨ ਦੇਸ਼ ਅੰਦਰ ਭੋਜਨ ਸੰਕਟ ਬਣਿਆ ਰਹਿੰਦਾ ਹੈ। ਭੰਡਾਰਨ ਦੇ ਤਰੀਕਿਆਂ ਵਿੱਚ ਸੋਧਨ ਨਾਲ ਅਸੀਂ ਸਮੇਂ ਸਿਰ ਜਿਹੜਾ ਹੈਗਾ ਵਾ ਗੋਦਾਮਾਂ ਦੀ ਚੈਕਿੰਗ ਕਰਨ ਨਾਲ ਭੋਜਨ ਸੰਕਟ ਨੂੰ ਜਿਹੜਾ ਹੈਗਾ ਦੂਰ ਕੀਤਾ ਜਾ ਸਕਦਾ ਹੈ। ਚੌਥਾ ਹੈ ਗਰੀਬੀ। ਭਾਰਤ ਵਿੱਚ ਭੋਜਨ ਦੀ ਕਮੀ ਦਾ ਜਿਹੜਾ ਹੈਗਾ ਕਾਰਨ ਗਰੀਬੀ ਵੀ ਹੈ। ਠੀਕ ਹੈ ਜੀ, ਕਿਉਂਕਿ ਇਹਨਾਂ ਲੋਕਾਂ ਕੋਲ ਭੋਜਨ ਖਰੀਦਣ ਲਈ ਪੈਸਿਆਂ ਦੀ ਕਮੀ ਹੈ। ਪੰਜਵਾਂ ਘੱਟ ਉਤਪਾਦਨ। ਭਾਰਤ ਵਿੱਚ ਫਸਲਾਂ ਦੀ ਉਪਜ ਵਰਖਾ ਦੇ ਪੈਣ ਜਾਂ ਫਿਰ ਨਾ ਪੈਣ 'ਤੇ ਨਿਰਭਰ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਉਪਜ ਘੱਟ ਹੁੰਦੀ ਹੈ ਅਤੇ ਮੀਂਹ ਬਹੁਤ ਜ਼ਿਆਦਾ ਹੋ ਜਾਵੇ ਤਾਂ ਫਸਲ ਬਰਬਾਦ ਹੋ ਜਾਂਦੀ ਹੈ। ਠੀਕ ਹੈ ਜੀ, ਅੱਗੇ ਹੈ ਵਿਸ਼ਵ ਤਾਪਮਾਨ। ਤਾਂ ਭੋਜਨ ਦੀ ਉਤਪੱਤੀ 'ਤੇ ਵਿਸ਼ਵ ਤਾਪਮਾਨ ਦੇ ਦੁਸ਼ਟ ਪ੍ਰਭਾਵ ਪੈਣ ਦੇ ਕਾਰਨ ਵੀ ਫਸਲਾਂ ਦੇ ਝਾੜ 'ਤੇ ਮਾੜਾ ਪ੍ਰਭਾਵ ਪੈਣ ਕਾਰਨ ਘੱਟ ਝਾੜ ਪ੍ਰਾਪਤ ਹੋਣ ਦੇ ਕਰਕੇ ਭੋਜਨ ਸੰਕਟ ਹੈ। ਠੀਕ ਹੈ ਜੀ, ਤਾਂ ਇਹ ਆਪਣਾ ਪ੍ਰਸ਼ਨ ਆ। ਅਤੇ ਆਖਰੀ ਪ੍ਰਸ਼ਨ ਹੁਣ ਦੇਖੋ ਕੀ ਹੈ ਇੱਥੇ, ਭੋਜਨ ਦੀ ਸਾਂਭ ਸੰਭਾਲ ਦੀ ਵਿਧੀਆ ਦਾ ਜਿਹੜਾ ਹੈਗਾ ਵਾ ਵਰਣਨ ਕਰੋ। ਤਾਂ ਦੇਖਦੇ ਹਾਂ ਆਨਸਰ ਇਹਦਾ। ਠੀਕ ਹੈ ਜੀ, ਤਾਂ ਆਹ ਵਾਲਾ ਪ੍ਰਸ਼ਨ ਵੀ ਦੋਸਤੋ ਸਾਨੂੰ ਥੋੜ੍ਹਾ ਜਿਹਾ ਮਿਲਦਾ ਜੁਲਦਾ ਹੀ ਮਿਲਿਆ ਵਾ, ਬਟ ਦੋਸਤੋ ਇਹੀ ਹੈ ਇਹਦਾ ਆਨਸਰ। ਠੀਕ ਹੈ ਜੀ, ਤੁਸੀਂ ਇਹੀ ਲਿਖ ਦੇਣਾ ਵਾ ਅਗਰ ਕੁਐਸਚਨ ਆਏਗਾ। ਦੇਖੋ ਆਹੀ ਹੈ ਨਾ, ਭੋਜਨ ਦੀ ਵਿਧੀਆਂ ਕਿਹੜੀਆਂ ਹਨ। ਠੀਕ ਹੈ ਜੀ, ਭੋਜਨ ਸੁਰੱਖਿਆ ਦੀ ਵਿਧੀਆਂ ਕਿਹੜੀਆਂ ਹਨ। ਠੀਕ ਹੈ ਜੀ, ਤਾਂ ਇਹ ਵੀ ਆਪਣਾ ਪ੍ਰਸ਼ਨ ਸੀਗਾ। ਦੇਖੋ ਭੋਜਨ ਦੀ ਸਾਂਭ ਸੰਭਾਲ ਦੀ ਵਿਧੀਆਂ ਦਾ ਜਿਹੜਾ ਹੈਗਾ ਵਰਣਨ ਕਰੋ। ਠੀਕ ਹੈ, ਇੱਥੇ ਸਾਂਭ ਸੰਭਾਲ ਲਿਖਿਆ ਹੋਇਆ ਵਾ। ਸਾਂਭ ਸੰਭਾਲ ਮਤਲਬ ਕੀ ਹੁੰਦਾ ਵਾ, ਸਾਂਭ ਕੇ ਰੱਖਣਾ ਯਾਨੀ ਕਿ ਸੁਰੱਖਿਆ। ਠੀਕ ਹੈ ਜੀ, ਤਾਂ ਇੱਥੇ ਗੱਲ ਇੱਕ ਹੀ ਆ, ਬਸ ਇਹਨਾਂ ਨੇ ਸੁਰੱਖਿਆ ਦੀ ਜਗ੍ਹਾ ਸਾਂਭ ਸੰਭਾਲ ਲਿਖ ਦਿੱਤਾ ਵਾ। ਬਾਕੀ ਤੁਸੀਂ ਦੇਖ ਵੀ ਸਕਦੇ ਹੋ ਇਹਦੇ 'ਚ ਕਈ ਦੇਖੋ ਪੁਆਇੰਟ ਵੀ ਹੈਗਾ ਵਾ ਸਾਂਭ ਸੰਭਾਲ। ਠੀਕ ਹੈ ਜੀ, ਤਾਂ ਤੁਸੀਂ ਆਹੀ ਕਰਨਾ ਵਾ, ਸੇਮ ਆਨਸਰ ਜਿਹੜਾ ਹੁਣ ਮੈਂ ਤੁਹਾਨੂੰ ਕਰਾ ਰਿਹਾ ਵਾਂ। ਤਾਂ ਦੇਖੋ ਇਹਦਾ ਆਨਸਰ ਕਿਵੇਂ ਲਿਖਣਾ ਵਾ, ਖਰਾਬ ਹੋਣ ਵਾਲੇ ਖਾਦ ਪਦਾਰਥਾਂ ਨੂੰ ਢੁਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਭੋਜਨ ਸੁਰੱਖਿਆ ਦਾ ਅਸਲ ਮਤਲਬ ਭੋਜਨ ਦੀ ਪੌਸ਼ਟਿਕ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਤੋਂ ਹੈ। ਭੋਜਨ ਦੀ ਸੁਰੱਖਿਆ ਲਈ ਕੁਝ ਤਰੀਕੇ ਹੇਠ ਲਿਖੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਨਿਰਜਲੀਕਰਨ ਅਤੇ ਜਿਹੜਾ ਹੈਗਾ ਵਾ ਧੁੱਪ ਵਿੱਚ ਸੁਕਾਉਣਾ। ਠੀਕ ਹੈ ਜੀ, ਤਾਂ ਦੇਖੋ ਪੁਆਇੰਟ ਕਿਵੇਂ ਹੈ, ਫਲਾਂ ਅਤੇ ਸਬਜ਼ੀਆਂ ਵਿੱਚ ਜਿਹੜਾ ਹੈਗਾ ਪਾਣੀ ਦੇ ਕੱਢਣ ਨੂੰ ਸੁਕਾਉਣਾ ਆਖਦੇ ਹਨ। ਸੁਕਾਉਣ ਦੇ ਨਾਲ ਦੋਸਤੋ ਖਾਦ ਪਦਾਰਥਾਂ ਵਿੱਚਲਾ ਪਾਣੀ ਘੱਟ ਜਾਂਦਾ ਹੈ, ਜਿਸ ਦੇ ਕਾਰਨ ਬੈਕਟੀਰੀਆ ਆਦਿ ਦਾ ਜਿਹੜਾ ਹੈਗਾ ਵਾਧਾ ਰੁਕ ਜਾਂਦਾ ਹੈ। ਸੁਕਾਉਣ ਦੇ ਵਾਸਤੇ ਸਬਜ਼ੀਆਂ ਅਤੇ ਫਲਾਂ ਨੂੰ ਜਿਹੜਾ ਹੈਗਾ ਧੁੱਪ ਵਿੱਚ ਰੱਖ ਕੇ ਸੁਕਾਇਆ ਜਾਂਦਾ ਹੈ ਅਤੇ ਇਹਨਾਂ ਅੰਦਰਲੇ ਪਾਣੀ ਨੂੰ ਜਿਹੜਾ ਹੈਗਾ ਨਿਯੰਤਰਿਤ ਤਾਪਮਾਨ ਅਤੇ ਦੂਸਰੀਆਂ ਪ੍ਰਸਥਿਤੀਆਂ ਵਿੱਚ ਸੁਕਾਇਆ ਜਾ ਸਕਦਾ ਹੈ। ਪਾਲਕ ਮੇਥੀ ਦੇ ਪੱਤਿਆਂ ਨੂੰ ਜਿਹੜਾ ਹੈਗਾ ਵਾ ਧੁੱਪੇ ਸੁਕਾਇਆ ਜਾਂਦਾ ਹੈ। ਪੱਤਾ ਗੋਭੀ ਨੂੰ ਧੁੱਪੇ ਰੱਖ ਕੇ ਸੁਕਾਇਆ ਜਾ ਸਕਦਾ ਹੈ। ਅਗਲਾ ਪੁਆਇੰਟ ਹੈ ਆਪਣਾ ਨਮਕ ਅਤੇ ਖੰਡ ਦੀ ਵਰਤੋਂ ਕਰਕੇ ਸੁਰੱਖਿਆ। ਠੀਕ ਹੈ ਜੀ, ਯਾਨੀ ਕਿ ਫਲਾਂ ਅਤੇ ਸਬਜ਼ੀਆਂ ਦੇ ਸੁਰੱਖਣ ਦੇ ਲਈ ਨਮਕ ਯਾਨੀ ਕਿ ਸਾਲਟ ਅਤੇ ਖੰਡ ਦੀ ਜਿਹੜੀ ਵਰਤੋਂ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ। ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਦੇ ਵਾਸਤੇ ਜਿਹੜਾ ਹੈਗਾ 15% ਤੋਂ 18% ਜਿਹੜੀ ਹੈਗੀ ਸਘਣਤਾ ਵਾਲੇ ਨਮਕ ਅਤੇ ਖੰਡ ਦੀ ਵਰਤੋਂ ਕਰਨ ਦੇ ਨਾਲ ਕੀਟਾਣੂਆਂ ਦਾ ਜਿਹੜਾ ਹੈਗਾ ਵਾ ਵਾਧਾ ਰੁਕ ਜਾਂਦਾ ਹੈ, ਕਿਉਂਕਿ ਇਹਨਾਂ ਪਦਾਰਥਾਂ ਦੀ ਇੰਨੀ ਵੱਡੀ ਸਘਣਤਾ ਫਲਾਂ ਅਤੇ ਸਬਜ਼ੀਆਂ ਆਦਿ ਵਿੱਚੋਂ ਪਾਣੀ ਨੂੰ ਜਿਹੜਾ ਹੈਗਾ ਬਾਹਰ ਕੱਢ ਦਿੰਦੀ ਹੈ। ਇਸ ਵਿਧੀ ਨੂੰ ਜਿਹੜਾ ਹੈਗਾ ਵਾ ਬਾਹਰ ਪ੍ਰਸਾਰਣ ਆਖਦੇ ਹਨ। ਨਮਕ ਨੂੰ ਜਿਹੜਾ ਹੈਗਾ ਸੁੱਕੀ ਅਤੇ ਤਰਲ ਦੋਵਾਂ ਹੀ ਹਾਲਾਤਾਂ ਵਿੱਚ ਵਰਤਿਆ ਜਾ ਸਕਦਾ ਹੈ। ਨਮਕ ਦੀ ਵਰਤੋਂ ਅਚਾਰਾਂ, ਕੱਚੇ ਅੰਬਾਂ ਦੀ ਸੁਰੱਖਿਆ ਅਤੇ ਮੀਟ ਮੱਛੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ। ਇਮਲੀ ਨੂੰ ਵੀ ਜਿਹੜਾ ਹੈਗਾ ਖਰਾਬ ਹੋਣ ਤੋਂ ਬਚਾਉਣ ਲਈ ਲੂਣ ਯਾਨੀ ਕਿ ਨਮਕ ਦੀ ਹੀ ਜਿਹੜੀ ਹੈਗੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਹੈ ਆਪਣਾ ਅਤੀ ਠੰਡਾ ਕਰਨਾ। ਠੀਕ ਹੈ ਜੀ, ਅਤੀ ਠੰਡਾ ਕਰਨ ਦੀ ਵਿਧੀ ਕਰਨ ਦੇ ਨਾਲ ਕੇਵਲ ਜੀਵਾਣੂਆਂ ਦਾ ਵਾਧਾ ਹੀ ਰੁਕ ਜਾਂਦਾ ਹੈ, ਸਗੋਂ ਇਹਨਾਂ ਦੁਆਰਾ ਜਿਹੜਾ ਪੈਦਾ ਕੀਤੇ ਜਾਂਦੇ ਐਂਜ਼ਾਈਮ ਵੀ ਨਿਸ਼ਕ੍ਰਿਆਵੀ ਹੋ ਜਾਂਦੇ ਹਨ। ਠੀਕ ਹੈ ਜੀ, ਇਸ ਵਿਧੀ ਨੂੰ ਜਿਹੜਾ ਹੈਗਾ ਵਾ ਫਲਾਂ ਸਬਜ਼ੀਆਂ ਅਤੇ ਵਿਸ਼ੇਸ਼ ਕਰਕੇ ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਦੇ ਲਈ ਵਰਤਦੇ ਹਨ। ਅਗਲਾ ਹੈਗਾ ਆਪਣਾ ਰਸਾਇਣਿਕ ਸਾਂਭ ਸੰਭਾਲ।
ਤਾਂ ਕੀ ਹੈ ਨਸ਼ਟ ਹੋਣ ਵਾਲੇ ਪਦਾਰਥ ਵਿਸ਼ੇਸ਼ ਕਰਕੇ ਸਰਬਤਾਂ ਅਤੇ ਅਲਕੋਹਲ ਰਹਿਤ ਪੀਣ ਵਾਲੇ ਪਦਾਰਥ ਜਿਵੇਂ ਕਿ ਸੁਕੈਸ਼ਾ ਆਦਿ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਆਮ ਵਰਤੇ ਜਾਂਦੇ ਰਸਾਇਣ ਹਨ, ਜਿਵੇਂ ਕਿ ਆਪਣਾ ਬੈਨਜ਼ੋਇਕ ਤੇਜ਼ਾਬ, ਸਲਫਰ ਡਾਈਆਕਸਾਈਡ, ਪੋਟਾਸ਼ੀਅਮ ਮੈਟਾਬੋਲੋਸਫਾਈਟ, ਠੀਕ ਹੈ ਜੀ। ਤੇ ਵੀ ਕਾਫੀ ਜਿਹੜੇ ਹੈਗਾ ਪ੍ਰਭਾਵਸ਼ਾਲੀ ਸੁਰੱਖਿਅਤ ਹੈ, ਠੀਕ ਹੈ ਜੀ। ਇਸ ਦੀ ਵਰਤੋਂ ਸੇਬਾਂ, ਲੀਚੀ ਅਤੇ ਕੱਚੇ ਅੰਬਾਂ ਨੂੰ ਤਿਆਰ ਕੀਤੇ ਜਾਣ ਵਾਲੇ ਮੁਰੱਬਿਆਂ ਅਤੇ ਜਿਹੜਾ ਹੈਗਾ ਚਟਨੀਆਂ ਤੇ ਨਿੰਬੂ ਦੇ ਸੁਕੇਸ਼ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਇਹਨਾਂ ਤੋਂ ਇਲਾਵਾ ਜਿਹੜੇ ਹੈਗੇ ਵਪਾਰਕ ਪੱਧਰ 'ਤੇ ਤਿਆਰ ਕੀਤੇ ਜਾਂਦੇ ਖਾਦ ਪਦਾਰਥਾਂ ਦੀ ਸੁਰੱਖਿਆ ਦੇ ਵਾਸਤੇ ਕਈ ਪ੍ਰਕਾਰ ਦੇ ਭਿੰਨ ਵਿਧੀਆਂ ਨੂੰ ਵਰਤਦੇ ਹਨ। ਡਿੱਬਾ ਬੰਦ ਕਰਨਾ, ਠੀਕ ਹੈ ਜੀ, ਬੋਤਲਾਂ ਵਿੱਚ ਬੰਦ ਕਰਨਾ, ਠੀਕ ਹੈ ਜੀ ਆਪਣਾ, ਤੇ ਡਰੈਗਿੰਗ ਅਤੇ ਜਿਹੜਾ ਹੈਗਾ ਵਾ ਵਿਕਿਰਨਾਂ ਦੀ ਵਰਤੋਂ ਵੀ ਅਜਿਹੇ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਖਾਦ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਅਚਾਰ, ਮੁਰੱਬੇ ਅਤੇ ਜੈਮ, ਚਟਨੀਆਂ ਅਤੇ ਜਿਹੜਾ ਹੈਗਾ ਵਾ ਮਾਰੀਮੀਲੈਂਡਜ਼, ਠੀਕ ਹੈ ਜੀ, ਮਾਰਮਾਲੈਂਡ ਨੂੰ ਜਿਹੜਾ ਹੈਗਾ ਵਾ ਡਿੱਬਾ ਬੰਦ ਕਰਕੇ ਜਾਂ ਫਿਰ ਬੋਤਲਾਂ ਵਿੱਚ ਬੰਦ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ ਪੂਰਾ ਦਾ ਪੂਰਾ ਪੇਪਰ ਅਸੀਂ ਸੋਲਵ ਕਰ ਲਿਆ। ਹੁਣ ਅੱਗੇ ਕੁਝ ਵੀ ਨਹੀਂ ਬਚਿਆ ਵਾ, ਠੀਕ ਹੈ ਜੀ। ਆਹ ਜਿਹੜਾ ਪੇਪਰ ਸੀਗਾ, ਠੀਕ ਹੈ, ਪੰਜਾਬੀ ਮੀਡੀਅਮ ਦੇ ਵਿੱਚ ਅਸੀਂ ਸੋਲਵ ਕਰ ਲਿਆ, ਬਾਕੀ ਹਿੰਦੀ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਹੈਗਾ ਵਾ, ਬਟ ਦੋਸਤੋ ਅਸੀਂ ਉਹ ਸੋਲਵ ਨਹੀਂ ਕਰ ਪਾਏ ਹਾਂ ਟਾਈਮ ਦੀ ਸ਼ਾਰਟੇਜ ਕਰਕੇ, ਠੀਕ ਹੈ ਜੀ। ਤਾਂ ਦੋਸਤੋ ਆਹ ਸੀਗਾ ਤੁਹਾਡੇ ਇਨਵਾਇਰਨਮੈਂਟ ਐਜੂਕੇਸ਼ਨ ਯਾਨੀ ਕਿ EVS ਦਾ ਪੇਪਰ, ਠੀਕ ਹੈ ਜੀ। ਕੱਲ੍ਹ ਤੁਹਾਡਾ ਜਿਹੜਾ ਹੈਗਾ 21 ਅਪ੍ਰੈਲ, ਹੁਣ ਜਾਂ ਤੁਸੀਂ 21 ਅਪ੍ਰੈਲ ਨੂੰ ਇਹ ਵੀਡੀਓ ਦੇਖ ਰਹੇ ਹੋ ਜਾਂ ਫਿਰ 20 ਅਪ੍ਰੈਲ ਨੂੰ ਦੇਖ ਰਹੇ ਹੋ, ਠੀਕ ਹੈ ਜੀ। ਤਾਂ ਤੁਸੀਂ ਇਹ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਸੀਗਾ ਤੁਹਾਡੇ EVS ਦਾ 45 ਨੰਬਰ ਦਾ ਪੇਪਰ ਆਏਗਾ, ਪਾਸ ਹੋ ਜਾਓਗੇ। ਆਖਰੀ ਪੇਪਰ ਆ, ਨਾਲੇ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।